Hello, everyone. This is Saru here. If you don't know me, I am from Australia and I try being with you every evening, which is not possible a lot, many times, but it's usually the reason for me for contacting you or getting in touch with you is to be the voice of voiceless. ਹਰ ਵਾਰੀ ਜਦੋਂ ਵੀ ਮੈਂ ਇੱਥੇ ਆਉਂਦੀ ਆ ਤੁਹਾਡੇ ਨਾਲ ਜੁੜਦੀ ਆ ਤੁਸੀਂ ਕੋਈ ਨਾ ਕੋਈ ਸਾਨੂੰ ਇਦਾਂ ਦੀ ਗੱਲ ਕਹਿ ਜਾਂਦੇ ਹੋ ਕਿ ਜੋ ਇੰਨੀ ਪੋਜ਼ਿਟਿਵ ਹੁੰਦੀ ਆ ਸਾਡੇ ਲਈ ਕਿ ਅਸੀਂ ਰਹਿ ਹੀ ਨਹੀਂ ਸਕਦੇ ਤੁਹਾਡੇ ਨਾਲ ਫੇਰ ਤੋਂ ਜੁੜਨ ਲਈ ਖਾਸ ਤੌਰ ਤੇ ਉਹ ਮੁੱਦਿਆਂ ਤੇ ਜਿਹੜੇ ਕਿ ਅਸੀਂ ਕਾਰਪੇਟ ਦੇ ਹੇਠਾਂ ਪੁਸ਼ ਕਰਨਾ ਜ਼ਿਆਦਾ ਪਸੰਦ ਕਰਦੇ ਆ ਖਾਸ ਤੌਰ ਤੇ ਉਹ ਮੁੱਦਿਆਂ ਦੇ ਜਿਹੜੇ ਔਰਤਾਂ ਤੇ ਬੱਚਿਆਂ ਨਾਲ ਰਿਲੇਟਡ ਹੁੰਦੇ ਆ ਜਿਨ੍ਹਾਂ ਨੂੰ ਕੋਈ ਡਿਸਕਸ ਕਰਨਾ ਤਾਂ ਛੱਡੋ ਸੁਣਨਾ ਵੀ ਪਸੰਦ ਨਹੀਂ ਕਰਦਾ ਕਿਉਂਕਿ ਤੁਸੀਂ ਸਾਡੇ ਨਾਲ ਜੁੜਦੇ ਹੋ ਕਿਉਂਕਿ ਤੁਸੀਂ ਸਾਡੀ ਆਵਾਜ਼ ਬਣਦੇ ਹੋ ਇਸ ਕਰਕੇ ਉਹ ਹਿੰਮਤ ਜਿਹੜੀ ਹੈਗੀ ਆ ਸਾਨੂੰ ਮਿਲਦੀ ਹੈ ਕਿ ਅਸੀਂ ਇੱਕ ਦੂਜੇ ਦੀ ਆਵਾਜ਼ ਬਣੀਏ ਖਾਸ ਤੌਰ ਤੇ ਉਹ ਕੇਸਿਸ ਦੇ ਵਿੱਚ ਜਿਹੜੇ ਕਿੰਨੇ ਸਾਲਾਂ ਤੋਂ ਮਾਮਲੇ ਕਿੰਨੇ ਸਾਲਾਂ ਤੋਂ ਆਵਾਜ਼ਾਂ ਦੱਬੀਆਂ ਹੋਈਆਂ ਨੇ ਪਵਨ ਜਿਵੇਂ ਹੁਣ ਇਸ ਵਕਤ ਸਾਡੇ ਨਾਲ ਹੈ ਕਿੰਨੀ ਵਾਰ ਇਹ ਤੁਹਾਡੇ ਨੂੰ ਗੁਹਾਰ ਲਾ ਚੁੱਕੀਆਂ ਆਪਣੇ ਹਸਬੈਂਡ ਦੇ ਬਾਰੇ ਕਿੰਨੀ ਵਾਰ ਇਹ ਆ ਕੇ ਕਹਿ ਚੁੱਕੀਆਂ ਕਿ ਪਲੀਜ਼ ਮੇਰੀ ਮਦਦ ਕਰੋ ਪਲੀਜ਼ ਮੇਰੇ ਨਾਲ ਖੜੇ ਹੋ ਤੁਹਾਡੀ ਹੀ ਦਿੱਤੀ ਹੋਈ ਹਿੰਮਤ ਹੈ ਜਿਹੜਾ ਤੁਸੀਂ ਸਾਡੇ ਨਾਲ ਜੁੜ ਕੇ ਸਾਨੂੰ ਪੋਜ਼ਿਟਿਵ ਮੈਸੇजेस ਕਰਦੇ ਹੋ ਤੁਸੀਂ ਜੇ ਕ੍ਰਿਟਿਸਾਈਜ਼ ਵੀ ਕਰਦੇ ਹੋ ਤਾਂ ਇਸ ਤਰੀਕੇ ਨਾਲ ਕਰਦੇ ਹੋ ਕਿ ਸਾਡੇ ਵਿੱਚ ਹੋਰ ਹਿੰਮਤ ਪੈਦਾ ਹੋਵੇ ਕਿ ਅਸੀਂ ਆ ਕੇ ਨਿਡਰ ਹੋ ਕੇ ਆਪਣੀ ਜਿਹੜੀ ਗੱਲ ਆ ਉਹ ਤੁਹਾਡੇ ਅੱਗੇ ਰੱਖੀਏ ਪਵਨ ਸਾਡੇ ਨਾਲ ਇੰਡੀਆ ਤੋਂ ਜੁੜੇ ਹੋਏ ਨੇ ਪਹਿਲਾਂ ਵੀ ਇਹ ਸਾਡੇ ਨਾਲ ਕੰਟੈਕਟ ਕਰ ਚੁੱਕੇ ਨੇ ਪਵਨ ਉਹ ਸਾਡੀ ਬਹੁਤ ਜ਼ਿਆਦਾ ਦਲੇਰ ਭੈਣ ਹੈ ਜਿਨੇ ਆਪਣੇ ਹੀ ਲਈ ਨਹੀਂ ਆਪਣੀ ਬੇਟੀ ਲਈ ਵੀ ਅੱਗੇ ਖੜੇ ਹੋ ਕੇ ਹਿੰਮਤ ਕੀਤੀ ਹੈ ਉਹ ਲੋਕਾਂ ਨੂੰ ਸਵਾਲ ਪੁੱਛਣ ਦੀ ਜਿਹੜੇ ਕਿ ਇਸ ਸਵਾਲਾਂ ਤੋਂ ਭੱਜ ਰਹੇ ਨੇ ਜਸਟਿਸ ਦਾ ਕੀ ਦੇਣਾ ਉਸ ਸਵਾਲਾਂ ਤੋਂ ਵੀ ਇਹਨਾਂ ਦੇ ਭੱਜ ਰਹੇ ਨੇ ਪਵਨ ਅੱਜ ਆਪਣੇ ਗੁਨਾਹਗਾਰਾਂ ਦੀ ਮੈਂ ਕਹੂੰਗੀ ਜਿਹੜੀ ਇੱਕ ਆਈਡੈਂਟੀਟੀ ਹੈਗੀ ਉਹ ਤੁਹਾਡੇ ਅੱਗੇ ਰਿਵੀਲ ਕਰਨਾ ਚਾਹੁੰਦੇ ਆ ਆਪਣੇ ਜਿਹੜੇ ਗੁਨਾਹਗਾਰ ਹੈ ਉਹਨਾਂ ਤੋਂ ਸਵਾਲ ਪੁੱਛਣਾ ਚਾਹੁੰਦੇ ਆ ਜਿਹੜੇ ਇਹਨਾਂ ਦੀ ਜ਼ਿੰਦਗੀ ਇੱਕ ਥਾਂ ਰੋਕ ਕੇ ਆਪਣੀ ਜ਼ਿੰਦਗੀ ਬੜੀ ਚੰਗੀ ਚਲਾ ਰਹੇ ਆ ਉਹਨਾਂ ਤੋਂ ਕੁਝ ਇਦਾਂ ਦੇ ਸਵਾਲ ਪੁੱਛਣਗੇ ਜਿਹੜੇ ਉਹਨਾਂ ਨੂੰ ਅੰਦਰ ਤੱਕ ਹਲੂਣ ਕੇ ਰੱਖ ਦੇਣਗੇ ਔਰ ਅਸੀਂ ਇਕੱਠੇ ਖੜੇ ਹੋ ਕੇ ਉਸ ਸਵਾਲਾਂ ਦੇ ਜਵਾਬ ਹੈ ਜਿਹੜੇ ਮੰਗਾਂਗੇ ਖਾਸ ਤੌਰ ਤੇ ਜਿਹੜੇ ਬ੍ਰਿਸਬੇਨ ਚ ਰਹਿੰਦੇ ਆ ਉਹ ਤਾਂ ਸਾਡੇ ਨਾਲ ਮੈਂ ਕਹਿੰਦੀ ਆ ਕਿ ਇਸ ਟਾਈਮ ਇਸ ਤਰੀਕੇ ਨਾਲ ਜੁੜ ਜਾਣ ਕਿ ਪਵਨ ਦੀ ਆਵਾਜ਼ ਤੁਹਾਡੀ ਆਵਾਜ਼ ਬਣ ਕੇ ਉਹ ਕੰਨਾਂ ਤੱਕ ਪਹੁੰਚੇ ਜਿਹੜੇ 9 ਸਾਲ ਤੋਂ ਉਂਗਲਾਂ ਦੇ ਕੇ ਆਪਣੇ ਕੰਨਾਂ ਦੇ ਵਿੱਚ ਬੈਠੇ ਨੇ ਤੇ ਇਹਨਾਂ ਦੀ ਕੋਈ ਵੀ ਆਵਾਜ਼ ਨਹੀਂ ਸੁਣ ਰਿਹਾ ਇੱਕ ਲੜਕੀ ਜਿਹੜੀ ਵਿਆਹ ਕੇ ਕਿਸੇ ਦੇ ਘਰੇ ਗਈ ਹੈ ਉਹਨੂੰ ਉਸ ਕੰਡੀਸ਼ਨ ਚ ਪਾ ਦੇਣਾ ਕਿ ਉਹਨੂੰ ਮੈਂਟਲੀ ਇੰਨਾ ਅਪਸੈਟ ਕਰ ਦੇਣਾ ਕਿ ਉਹਦੇ ਕੋਲ ਕੋਈ ਚਾਰਾ ਨਾ ਰਹਿਣਾ ਆਪਣੇ ਪੇਰੈਂਟਸ ਦੇ ਵੱਲ ਆ ਜਾਣ ਤੋਂ ਇਲਾਵਾ ਕਿ ਮੈਂ ਉੱਥੇ ਹੀ ਵਧੀਆ ਹਾਂ ਮੈਂ ਉੱਥੇ ਠੀਕ ਆ ਐਟਲੀਸਟ ਮੈਂ ਮੈਂਟਲੀ ਪਰੇਸ਼ਾਨ ਤਾਂ ਨਹੀਂ ਹੋ ਰਹੀ ਉਹ ਪਿਓ ਜਿਹੜਾ ਆਪਣੀ ਕੁੜੀ ਨੂੰ ਹੱਥੋਂ ਵਿਆਹ ਕੇ ਭੇਜਦਾ ਉਹ ਉਸ ਕੁੜੀ ਨੂੰ ਆਪਣੀ ਬੱਚੀ ਨੂੰ ਜਦੋਂ ਘਰ ਆ ਕੇ ਵਾਪਸ ਦੇਖਦਾ ਵੀ ਮੇਰੀ ਬੱਚੀ ਘਰੇ ਬੈਠੀ ਹੈ ਫੇਰ ਵਾਪਸ ਆ ਗਈ ਹੈ ਉਹਦੇ ਸਹੁਰੇ ਜਿਹੜੀ ਉਹਦੀ ਬਣਦੀ ਇੱਜ਼ਤ ਹੈਗੀ ਆ ਹੋਰ ਸਾਰਾ ਕੁਝ ਛੱਡੋ ਇੱਜ਼ਤ ਜਿਹੜੀ ਇੱਜ਼ਤ ਬਣਦੀ ਇੱਜ਼ਤ ਹੈ ਔਰ ਇੱਕ ਮਿੱਠੀ ਜ਼ੁਬਾਨ ਹੈ ਉਹ ਜ਼ੁਬਾਨ ਤੱਕ ਨਾਲ ਨਹੀਂ ਉਸ ਨਾਲ ਗੱਲ ਕਰ ਰਹੇ ਉਸ ਫਾਦਰ ਨੂੰ ਇਸ ਲੈਵਲ ਤੱਕ ਇਸ ਕਦਰ ਧੱਕਾ ਲੱਗਦਾ ਕਿ ਉਹ ਫਾਦਰ ਪੈਰਾਲਿਟਿਕ ਹੋ ਜਾਂਦਾ ਹੈ ਉਹ ਫਾਦਰ ਜਿਹੜੇ ਹੈਗੇ ਆ ਉਹ ਆਪਣੀ ਬੱਚੀ ਦੇ ਨਾਲ ਕੋਰਟ ਕੇਸਿਸ ਤੱਕ ਤਾਂ ਕੀ ਜਾਣਾ ਆਪਣੇ ਲਈ ਵੀ ਖੜੇ ਨਹੀਂ ਹੋ ਪਾਉਂਦੇ ਬਟ ਹਿੰਮਤ ਕਰਕੇ ਪਵਨ ਨਾ ਹੀ ਸਿਰਫ ਆਪਣੇ ਲਈ ਖੜੀ ਹੋਈ ਆਪਣੇ ਫਾਦਰ ਲਈ ਖੜੀ ਹੋਈ ਆਪਣੇ ਹੋਰ ਜਿਹੜੇ ਆਲੇ ਦੁਆਲੇ ਭੈਣਾਂ ਉਹਨਾਂ ਲਈ ਖੜੀ ਹੋਈ ਔਰ ਆਪਣੀ ਬੇਟੀ ਲਈ ਜਸਟਿਸ ਹੈ ਉਹ ਤੁਹਾਡੇ ਸਾਰਿਆਂ ਤੋਂ ਮੰਗਦੀ ਹੈ ਅਮਨ ਸਾਡੀ ਕੋ ਭੈਣ ਹੈ ਜਿਹੜੀ 9 ਸਾਲਾਂ ਤੋਂ ਹਿੰਮਤ ਨਹੀਂ ਆ ਰਹੀ ਇੰਡੀਆ ਦੇ ਵਿੱਚ ਰਹਿ ਕੇ ਆਸਟ੍ਰੇਲੀਆ ਤੱਕ ਆਪਣੀ ਗੱਲ ਲੈ ਕੇ ਆ ਰਹੀ ਹੈ ਇੰਡੀਆ ਦੇ ਵਿੱਚ ਰਹਿ ਕੇ ਵੀ ਉਹ ਕਹਿ ਰਹੀ ਹੈ ਬੇਸ਼ੱਕ ਮੈਂ ਇੱਕ ਪਿੰਡ 'ਚ ਹਾਂ ਬੇਸ਼ੱਕ ਮੇਰਾ ਜਿਹੜਾ ਇੱਕ ਦਾਇਰਾ ਹੈਗਾ ਇੱਕ ਬਾਉਂਡਰੀ ਹੈ ਉਹ ਬਹੁਤ ਛੋਟੀ ਹੈ
पर मैं अपनी आवाज इन्नी उच्ची उठा देनी है कि जिहड़ी 7 समंदर पार ਆਸਟ੍ਰੇਲੀਆ ਦੇ ਵਿੱਚ ਵਸਦੇ ਪਵਨ ਦੇ ਭੈਣ ਭਰਾਵਾਂ ਤੱਕ ਪਹੁੰਚੇਗੀ। ਪਵਨ ਇਸ ਟਾਈਮ ਸਾਡੇ ਨਾਲ ਜੁੜੇ ਹੋਏ ਨੇ, ਪਹਿਲਾਂ ਵੀ ਸਾਡੇ ਕੋਲ ਆਏ ਨੇ, ਆਪਣੀ ਆਵਾਜ਼ ਚੱਕੀ ਹੈ। ਬਾਰ ਇਸ ਪਲੇਟਫਾਰਮ ਤੇ ਮੈਂ ਪਵਨ ਨੂੰ ਇਨਵਾਈਟ ਕਰਾਂਗੀ ਕਿਉਂਕਿ ਮੈਂ ਪਵਨ ਦੀ ਬਹਾਦਰੀ ਦੀ ਦਾਤ ਦਿੰਨੀ ਆ। ਪਵਨ ਕਮਾਲ ਕਰਤਾ ਭੈਣੇ। थैंक यू सारू मैं 9 ਦਿਨ ਚ ਹਿੰਮਤ ਟੁੱਟ ਜਾਂਦੀ ਹੈ। 9 ਮਹੀਨੇ ਤਾਂ ਬਹੁਤ ਦੂਰ ਦੀ ਗੱਲ ਹੈ, 9 ਦਿਨ ਚ ਹਿੰਮਤ ਟੁੱਟ ਜਾਂਦੀ ਹੈ। ਤੁਸੀਂ 9 ਸਾਲ ਹਿੰਮਤ ਬਣਾ ਕੇ ਰੱਖੀ ਔਰ ਆਪਣੀ ਫੈਮਿਲੀ ਨੂੰ, ਇੱਕ ਜਿਹੜੇ ਤੁਹਾਡੇ ਫਾਦਰ ਹੈ ਉਹਨਾਂ ਨੂੰ ਇੰਨੇ ਹੈਲਥੀ ਤੋਂ ਉਸ ਲੈਵਲ ਤੱਕ ਜਾਂਦੇ ਦੇਖਿਆ ਜਿੱਥੇ ਉਹ ਟੋਟਲੀ ਡਿਪੈਂਡੈਂਟ ਸੀ ਤੁਹਾਡੇ ਸਾਰਿਆਂ ਤੇ। ਉਹਨਾਂ ਨੂੰ ਵਾਪਸ ਲਾਈਫ ਦੇ ਕੇ, ਆਪਣੀ ਬੱਚੀ ਨੂੰ ਲਾਈਫ ਦੇ ਕੇ ਫਿਰ ਇੱਕ ਜਸਟਿਸ ਲਈ ਤੁਸੀਂ ਖੜੇ ਹੋਏ ਹੋ। ਤੁਸੀਂ ਸਾਡੇ ਸਾਰਿਆਂ ਲਈ ਇੱਕ ਬਹੁਤ ਵੱਡੀ ਮਿਸਾਲ ਹੋ, ਖਾਸ ਤੌਰ ਤੇ ਉਹ ਕੁੜੀਆਂ ਲਈ ਜਿਹੜੀ ਹਿੰਮਤ ਤੋੜ ਜਾਂਦੀਆਂ ਨੇ ਤੇ ਕਹਿੰਦੀਆਂ ਨੇ ਸਾਡਾ ਮੇ ਵੀ ਕੋਈ ਚਾਰਾ ਨਹੀਂ ਸਾਡੀ ਜ਼ਿੰਦਗੀ ਦਾ ਤੇ ਕਿਤੇ ਸੁਣਵਾਈ ਨਹੀਂ ਹੈ। ਤੁਸੀਂ ਪਵਨ ਆਪਣੀ ਗੱਲ ਜਿਸ ਤਰੀਕੇ ਨਾਲ ਇਸ ਪਲੇਟਫਾਰਮ ਤੇ ਰੱਖਣਾ ਚਾਹੁੰਦੇ ਹੋ, ਤੁਸੀਂ ਮੋਸਟ ਵੈਲਕਮ ਹੋ। ਜਿੰਨੀ ਵਾਰੀ ਵੀ ਤੁਸੀਂ ਸਾਡੇ ਨਾਲ ਗੱਲ ਕਰਨਾ ਚਾਹੁੰਦੇ ਹੋ, ਮੋਸਟ ਵੈਲਕਮ ਹੋ। ਹੈਟਸ ਆਫ ਟੂ ਯੂ ਕਿ ਜੋ ਵੀ ਕਹੋਗੇ ਕੋਸ਼ਿਸ਼ ਇਹ ਕੀਤੀ ਜਾਏਗੀ ਕਿ ਤੁਹਾਡੇ ਇਨਲॉज ਦੇ ਬੇਸ਼ੱਕ ਕੰਨਾਂ ਦੇ ਵਿੱਚ ਉਹਨਾਂ ਨੇ ਉਂਗਲਾਂ ਪਾ ਕੇ ਆਪਣੇ ਕੰਨ ਬੰਦ ਕਰ ਲਏ ਨੇ, ਪਰ ਤੁਹਾਡੀ ਹੋਰ ਭੈਣ ਭਰਾ ਆਸਟ੍ਰੇਲੀਆ 'ਚ ਬਹੁਤ ਇੱਥੇ ਵਸਦੇ ਨੇ, ਇੱਥੇ ਖੜੇ ਹੋਣਗੇ ਤੁਹਾਡੇ ਲਈ। ਤੁਹਾਡੀ ਆਵਾਜ਼ ਜਿੰਨੀ ਬੁਲੰਦ ਹੈ, ਕੋਸ਼ਿਸ਼ ਕਰਾਂਗੇ ਅਸੀਂ ਉਹਨੂੰ ਡਬਲ ਬੁਲੰਦ ਕਰਕੇ ਤੁਹਾਡੇ ਜਿੰਨੇ ਵੀ ਸਵਾਲ ਹੈ ਉਹਨਾਂ ਦੇ ਜਵਾਬ ਤੁਹਾਡੇ ਤੱਕ ਪਹੁੰਚਾ ਸਕੀਏ। ਪਵਨ हाँ जी ਹੁਣ ਸਾਰੂ ਮੈਮ ਤੇ ਸਾਰੇ ਆਸਟ੍ਰੇਲੀਆ ਵਿੱਚ ਵਸਦੇ ਮੈਂ ਆਪਣੇ ਭੈਣ ਭਰਾਵਾਂ ਨਾਲ ਨਾ ਕੁਝ ਫੋਟੋਗ੍ਰਾਫਸ ਸ਼ੇਅਰ ਕਰੂੰਗੀ ਤੇ ਮੇਰੇ ਕੁਝ ਸਵਾਲ ਨੇ ਜਿਹੜੇ ਕਿ 9 ਸਾਲਾਂ ਦੇ ਮੇਰੇ ਦਿਮਾਗ ਵਿੱਚ ਸੀ ਕਿਉਂਕਿ ਮੈਨੂੰ ਪਤਾ ਸੀ ਇੰਡੀਆ ਵਿੱਚ ਰਹਿ ਕੇ ਮੈਂ ਇਹਨਾਂ ਦੇ ਕੰਟੈਕਟ 'ਚ ਕਦੇ ਨਹੀਂ ਆ ਪਾਉਂਗੀ ਤੇ ਚਲੋ ਉਹ ਪ੍ਰਮਾਤਮਾ ਦੀ ਮਰਜ਼ੀ ਦੇ ਨਾਲ ਮੈਨੂੰ ਮੈਂ ਸਾਰੂ ਮੈਮ ਥਰੂ ਆਪੇ ਕੁਝ ਸਵਾਲ ਤੇ ਕੁਝ ਫੋਟੋਗ੍ਰਾਫਸ ਤੁਹਾਡੇ ਸਾਰੇ ਸਾਹਮਣੇ ਸ਼ੇਅਰ ਕਰ ਰਹੀ ਹਾਂ। ਸਭ ਤੋਂ ਪਹਿਲਾਂ ਇਹ ਫੋਟੋਗ੍ਰਾਫਸ ਹੈ ਮੇਰੇ ਮੈਂ ਆਪਣਾ ਹਸਬੈਂਡ ਵੀ ਨਹੀਂ ਕਹਿ ਸਕਦੀ ਕਿਉਂਕਿ ਮੇਰੇ ਇੱਕ ਬੱਚੇ ਨੂੰ ਇਹ ਛੱਡ ਕੇ ਗਏ ਨੇ ਕਿਉਂਕਿ ਮਾਂ ਦੇ ਲਈ ਇੱਕ ਬੱਚਾ ਹੀ ਉਹਦੀ ਜ਼ਿੰਦਗੀ ਹੁੰਦਾ ਆ। ਮੈਂ ਇਹ ਪਰਸਨ ਨੂੰ ਇਹ ਪੁੱਛਦੀ ਹਾਂ ਜਿਸ ਤਰ੍ਹਾਂ ਇਹਨੇ ਮੇਰੀ ਲਾਈਫ ਖਰਾਬ ਕੀਤੀ, ਜੇ ਇਹਦੀ ਸਿਸਟਰ ਹੁੰਦੀ ਤਾਂ ਇਹ ਕੀ ਕਰਦਾ। ਅੱਜ ਤਾਂ ਮੈਂ ਲਾਈਫ ਦੇ ਵਿੱਚ ਇਕੱਲੀ ਸਟੈਂਡ ਕਰ ਰਹੀ ਹਾਂ ਕਿ ਬ੍ਰਿਸਬਨ ਵਾਲੇ ਇਸ ਤਰ੍ਹਾਂ ਦੇ ਪਰਸਨ ਨੂੰ ਆਪਣੀ ਕੰਟਰੀ ਦੇ ਵਿੱਚ ਰੱਖ ਕੇ ਕਿੰਨਾ ਕੁ ਪ੍ਰਾਊਡ ਫੀਲ ਕਰਨਗੇ। ਮੇਰਾ ਸਵਾਲ ਇਹ ਬ੍ਰਿਸਬਨ ਵਾਸੀਆਂ ਨੂੰ ਆ ਕਿ ਇੱਕ ਪੰਜਾਬੀ ਮੁਟਿਆਰ ਹੋਣ ਦੇ ਨਾਤੇ ਮੈਂ ਤੁਹਾਨੂੰ ਸਾਰਿਆਂ ਨੂੰ ਪੁੱਛਦੀ ਹਾਂ, ਪੰਜਾਬ ਦੇ ਵਿੱਚੋਂ ਗਏ ਹੋਏ ਉਹਨਾਂ ਸਾਰੇ ਪਰਸਨਾਂ ਨੂੰ ਕਿ ਤੁਸੀਂ ਇਸ ਪਰਸਨ ਨੂੰ ਕਿੰਨਾ ਟਾਈਮ ਆਪਣੀ ਸਿਟੀ ਦੇ ਵਿੱਚ ਪਲੇਸ ਦਿੰਦੇ ਰਹੋਗੇ। ਇੱਥੋਂ ਕ੍ਰਾਈਮ ਕਰਕੇ ਜਾਂ ਇੱਥੇ ਕਿਸੇ ਨੂੰ ਹਰਾਸਮੈਂਟ ਕਰਕੇ ਦੂਸਰੀ ਕੰਟਰੀ ਵਿੱਚ ਸੈੱਟ ਹੋਣਾ ਕਿੰਨਾ ਕੁ ਸਹੀ ਹੈ। ਸੈਕਿੰਡ ਫੋਟੋਗ੍ਰਾਫਸ ਇਹ ਤਰਨਜੀਤ ਕੌਰ ਦੀ ਆ ਜੋ ਕਿ ਮੇਰੀ ਸਿਸਟਰ ਇਨ ਲੋ ਆ ਐਂਡ ਸ਼ੀ ਇਜ਼ ਆਲਸੋ ਪ੍ਰੋਟੈਕਟ ਟੂ ਹਰ ਬ੍ਰਦਰ, ਜਿਹੜੀ ਕਿ ਆਪਣੇ ਬ੍ਰਦਰ ਨੂੰ ਪ੍ਰੋਟੈਕਟ ਕਰ ਰਹੀ ਆ। ਕਿ ਇੱਕ ਪੰਜਾਬ ਦੀ ਕੁੜੀ ਹੋਣ ਦੇ ਨਾਤੇ ਮੈਂ ਇਹਨੂੰ ਇਹ ਪੁੱਛਦੀ ਆ ਕਿ ਤੇਰੇ ਖੂਨ ਦੇ ਵਿੱਚ ਇਹੀ ਕੁਛ ਆ। ਮੈਂ ਉਮੀਦ ਨਹੀਂ ਕਰਦੀ ਕਿ ਪੰਜਾਬ ਦੇ ਵਿੱਚ ਬਰਥ ਲੈ ਕੇ ਤੇਰੇ ਵਿੱਚ ਕੋਈ ਵੀ ਉਹ ਬਲੱਡ ਰਿਲੇਸ਼ਨ ਨਹੀਂ ਰਿਹਾ ਕਿ ਤੂੰ ਮੇਰੇ ਬੱਚੇ ਨੂੰ ਉਹਦੇ ਫਾਦਰ ਤੋਂ ਦੂਰ ਕੀਤਾ। ਤੂੰ ਖੁਦ ਇੱਕ ਫੀਮੇਲ ਹੋ ਕੇ ਬਾਕੀ ਫੀਮੇਲਸ ਦੀ ਸੁਸਾਇਟੀ ਤੇ ਸਟਿਗਮਾ ਬਣ ਕੇ ਬੈਠ ਗਏ ਹੋ। ਮੇਰੀ ਵੀ ਇੱਕ ਬੱਚੀ ਆ, ਮੈਨੂੰ ਉਸ ਘਰ ਦੇ ਵਿੱਚੋਂ ਕੱਢਣ ਦੇ ਵਿੱਚ, ਹਰਾਸਮੈਂਟ ਕਰਨ ਦੇ ਵਿੱਚ, ਮੇਰਾ ਕੇਸ ਖਰਾਬ ਕਰਨ ਦੇ ਲਈ ਸਪੈਸ਼ਲ ਤਰਨਜੀਤ ਇੰਡੀਆ ਆਈ ਕਿ ਤਰਨਜੀਤ ਨੂੰ ਇਹ ਸਾਰਾ ਕੁਝ ਕਰਨਾ ਚਾਹੀਦਾ ਸੀ। ਮੇਰਾ ਤਰਨਜੀਤ ਨੂੰ ਸਵਾਲ ਆ ਕਿ ਇਹਨੂੰ ਪ੍ਰੋਟੈਕਟ ਨਾ ਕਰੋ, ਨਾ ਇਸ ਦੇ ਸੈਕੰਡ ਮੈਰਿਜ ਕਰੋ ਕਿਉਂਕਿ ਇਹਨੂੰ ਇੰਡੀਆ ਦੇ ਵਿੱਚ ਵਾਪਸ ਭੇਜਿਆ ਜਾਵੇ। ਜਿਸ ਤਰ੍ਹਾਂ ਇਹ ਫੇਕ ਡਾਕੂਮੈਂਟ ਤਿਆਰ ਕਰ ਸਕਦੀ ਆ, ਮੈਂ ਤਰਨਜੀਤ ਨੂੰ ਜਾਣਦੀ ਹਾਂ, ਸਭ ਕੁਝ ਕਰ ਸਕਦੀ ਆ।
ਪਰ ਮੇਰਾ ਇਹਨੂੰ ਇਹੀ ਸਵਾਲ ਆ ਕਿ ਮੇਰੀ ਜਗ੍ਹਾ ਜੇ ਤੇਰੀ ਬੇਟੀ ਹੁੰਦੀ ਫਿਰ ਇਹੀ ਕੁਝ ਹੁੰਦਾ ਉਹਦੇ ਨਾਲ ਕਿ ਤੂੰ ਉਹ ਚੀਜ਼ਾਂ ਤੇਰੀ ਫੈਮਿਲੀ ਐਕਸੈਪਟ ਕਰ ਪਾਉਂਦੀ। ਇਹ ਫੋਟੋਗ੍ਰਾਫਸ ਤਰਨਜੀਤ ਕੌਰ ਦੇ ਹਸਬੈਂਡ ਦੇ ਨੇ, ਇੰਦਰਜੀਤ ਸਿੰਘ ਸੰਧੂ ਜੋ ਮੌਣਕੇ ਪਿੰਡ ਤੋਂ ਨੇ। ਮੈਂ ਇਹਨਾਂ ਨੂੰ ਇਹ ਪੁੱਛਦੀ ਆ ਭਾਜੀ, ਜੇ ਤੁਹਾਡੀ ਸਿਸਟਰ ਹੁੰਦੀ ਤੇ ਉਹ ਇਸ ਤਰ੍ਹਾਂ ਇੰਡੀਆ ਦੇ ਵਿੱਚ ਹੁੰਦੀ ਤਾਂ ਉਹਨੂੰ ਇੰਨੀ ਬੁਰੀ ਤਰ੍ਹਾਂ ਤੁਹਾਡੀ ਵਾਈਫ ਦੁਆਰਾ ਤੰਗ ਪਰੇਸ਼ਾਨ ਕੀਤਾ ਜਾਂਦਾ, ਉਹਨੂੰ ਉਹਦੇ ਹੀ ਲੌਸ ਫੈਮਿਲੀ ਦੇ ਵਿੱਚੋਂ ਬਾਹਰ ਕੱਢਿਆ ਜਾਂਦਾ, ਤਾਂ ਤੁਸੀਂ ਕਿੰਨਾ ਕੁ ਚੁੱਪ ਕਰਕੇ ਅੰਦਰ ਵੜ ਕੇ ਬੈਠਦੇ? ਤੁਸੀਂ ਹਮਨਪ੍ਰੀਤ ਨੂੰ ਕਿੰਨਾ ਕੁ ਚਿਰ ਪ੍ਰੋਟੈਕਟ ਕਰਕੇ ਰੱਖੋਗੇ? ਕਿਉਂਕਿ ਇੰਡੀਆ ਦੇ ਵਿੱਚੋਂ ਤੁਸੀਂ ਇਹਨੂੰ ਲੈ ਕੇ ਜਾ ਸਕਦੇ ਹੋ, ਬਟ ਨੋ ਵੇ। ਮੇਰਾ ਇੱਕ ਬੱਚਾ ਆ, ਉਹਨੂੰ ਇਨਸਾਫ ਚਾਹੀਦਾ। ਤੁਹਾਡੀਆਂ ਵੀ 2 ਬੇਟੀਆਂ ਨੇ, ਇੱਕ ਵਾਰ ਉਹਨਾਂ ਵੱਲ ਦੇਖ ਕੇ ਸੋਚਿਓ ਕਿ ਆਉਣ ਵਾਲੇ ਟਾਈਮ ਦੇ ਵਿੱਚ ਜੇਕਰ ਤੁਹਾਡਾ ਹੀ, ਚਲੋ ਮੈਂ ਇੰਨੀ ਗੱਲ ਕਹਿ ਤਾਂ ਨਹੀਂ ਸਕਦੀ, ਬਟ ਇੱਕ ਮਾਂ ਹੋਣ ਦੇ ਨਾਤੇ ਮੈਂ ਕਹੂੰਗੀ ਕਿ ਜੇਕਰ ਤੁਹਾਡੀ ਲਾਈਫ ਦੇ ਵਿੱਚ ਇਦਾਂ ਦਾ ਇਨਸੀਡੈਂਟ ਹੋਵੇ ਤਾਂ ਤੁਹਾਡੇ ਤੇ ਕੀ ਬੀਤੂਗੀ। ਇੱਕ ਪਰਸਨ ਜੋ ਕਿ ਇੱਧਰ ਖੁਦ ਦੇ ਡਾਕੂਮੈਂਟ ਨਹੀਂ ਰਿਸੀਵ ਕਰ ਰਿਹਾ, ਤੁਸੀਂ ਉਹਨੂੰ ਪ੍ਰੋਟੈਕਟ ਕਿਉਂ ਕਰ ਰਹੇ ਹੋ? ਅਦਰ ਕੰਟਰੀ ਜਿੱਥੋਂ ਤੱਕ ਮੈਂ ਪਹੁੰਚ ਨਹੀਂ ਸਕਦੀ। ਤੇ ਇਹ ਵਾਲੀ ਫੋਟੋਗ੍ਰਾਫਸ ਮੈਂ ਸ਼ੇਅਰ ਕਰ ਰਹੀ ਹਾਂ। ਮੇਰੀ ਮਦਰ ਇਨ ਲੋ ਜੋ ਕਿ ਆਸਟ੍ਰੇਲੀਆ ਦੇ ਵਿੱਚ ਨੇ, ਤਰਨਜੀਤ ਕੌਰ, ਤਰਨਜੀਤ, ਅਮਨਪ੍ਰੀਤ ਤੇ ਇਹ ਸਾਰੀ ਫੈਮਿਲੀ ਇੱਕੋ ਜਗ੍ਹਾ ਤੇ ਰਹਿ ਰਹੇ ਨੇ। ਇਹ ਤਰਨਜੀਤ ਤੇ ਉਹਨਾਂ ਦੀ ਮਦਰ ਦੁਆਰਾ ਹਮੇਸ਼ਾ ਹੀ ਮੈਨੂੰ ਹਰਾਸਮੈਂਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਤੇ ਮੈਂ ਬ੍ਰਿਸਬੇਨ ਵਾਸੀਆਂ ਨੂੰ ਇਹ ਅਪੀਲ ਕਰਦੀ ਹਾਂ, ਪਲੀਜ਼ ਮੇਰੀ ਹੈਲਪ ਕਰੋ, ਕਿਉਂਕਿ ਮੈਂ ਪੂਰੀ ਉਮੀਦ ਕਰਦੀ ਹਾਂ ਕਿ ਇੱਕ ਪਰਸਨ ਦੇ ਲਈ ਕਿੰਨਾ ਸਹੀ ਆ ਕਿ ਉਹ ਪਰਸਨ ਇੰਡੀਆ ਦੇ ਵਿੱਚ ਮੈਰਿਜ ਕਰਕੇ ਦੂਸਰੀ ਕੰਟਰੀ ਦੇ ਵਿੱਚ ਸੈੱਟ ਹੋ ਜਾਂਦਾ ਆ। ਇਹ ਮੇਰੀ ਮੈਰਿਜ ਦੇ ਫੋਟੋਗ੍ਰਾਫਸ ਨੇ, ਕਲੀਅਰ ਨਹੀਂ ਆ ਰਹੀ। ਇਹਦੇ ਵਿੱਚ ਮੇਰੇ ਫਾਦਰ ਨੇ। ਮੈਂ ਆਪਣੇ ਬੱਚੀ ਦੇ ਲਈ ਤੇ ਆਪਣੇ ਫਾਦਰ ਦੇ ਲਈ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦੀ ਹਾਂ, ਪਲੀਜ਼ ਮੇਰੀ ਹੈਲਪ ਕਰੋ। ਤੇ ਤੁਸੀਂ ਮੇਰੀ ਹੈਲਪ ਕਰਨ ਦੇ ਲਈ ਸਾਰੂ ਮੈਮ ਨਾਲ ਜਦੋਂ ਮਰਜ਼ੀ ਕੰਟੈਕਟ ਕਰ ਸਕਦੇ ਹੋ, ਕਿਉਂਕਿ ਸਾਰੂ ਮੈਮ ਮੇਰੇ ਲਈ ਇੱਕ ਫਰਿਸ਼ਤੇ ਤੋਂ ਘੱਟ ਨਹੀਂ ਹੈ, ਜਿਨ੍ਹਾਂ ਨੇ ਮੈਨੂੰ ਇਹ ਪਲੇਟਫਾਰਮ ਦਿੱਤਾ। ਕਿਉਂਕਿ ਪਿਛਲੇ 9 ਸਾਲਾਂ ਤੋਂ ਮੈਂ ਇੱਕ ਆਵਾਜ਼ ਲੱਭ ਰਹੀ ਸੀ ਜਿਹੜੀ ਮੇਰੇ ਦਰਦ ਨੂੰ ਪਹਿਚਾਨ ਸਕੇ। ਤੇ ਦੂਸਰਾ, ਬ੍ਰਿਸਬੇਨ ਉੱਤੇ ਰਹਿਣ ਵਾਲੇ ਹਰ ਪੰਜਾਬੀ ਤੇ ਹਰ ਵੈਸਟਰਨ ਨੂੰ ਮੇਰੀ ਇਹੀ ਅਪੀਲ ਆ ਕਿ ਪਲੀਜ਼ ਇਸ ਜਸਟਿਸ ਦੇ ਵਿੱਚ ਮੇਰੀ ਤੇ ਮੇਰੇ ਬੱਚੇ ਦੀ ਹੈਲਪ ਕੀਤੀ ਜਾਵੇ। ਸਾਡੇ ਕੋਲ ਆਲਰੇਡੀ ਇਸ ਟਾਈਮ ਕਾਫੀ ਸਾਡੇ ਭੈਣ ਭਰਾ ਜੁੜੇ ਹੋਏ ਆ। ਉਹਨਾਂ ਵਿੱਚੋਂ ਮਨਜੀਤ ਹੈਗੇ ਨੇ, ਉਹ ਸਾਡੇ ਨਾਲ ਸਾਡੀ ਇੱਕ ਤਰ੍ਹਾਂ ਤੋਂ ਟੀਮ ਹੀ ਹੈਗੀ ਹੈ ਜੋ ਕਿ ਅੱਗੇ ਤੱਕ ਵੀ ਗੱਲ ਲੈ ਕੇ ਜਾਂਦੇ ਨੇ। ਉਹਨਾਂ ਨੇ ਰਿਕੁਐਸਟ ਕੀਤੀ ਹੈ ਕਿ ਪਲੀਜ਼ ਸ਼ੋ ਯੋਰ ਹਸਬੈਂਡ ਪਿਕਚਰ ਅਗੇਨ ਐਂਡ ਸ਼ੀ ਵਿਲ ਆਸਕ एवरीवन। ਤੇ ਹੋਪਫੁਲੀ ਮਨਜੀਤ ਜਿੱਦਾਂ ਸਾਡੇ ਨਾਲ ਇਸ ਟਾਈਮ ਸਟ੍ਰੇਟ ਅਵੇ ਆਪਣੀ ਹੈਲਪ ਦੀ ਆਫਰ ਕਰ ਰਹੇ ਆ। ਹੋਰ ਵੀ ਸਾਡੇ ਆਸਟ੍ਰੇਲੀਆ ਦੇ ਕਿੰਨੇ ਹੀ ਭੈਣ ਭਰਾ ਹੈਗੇ ਆ। ਤੁਸੀਂ ਪੰਜਾਬ ਦੀ ਧੀ ਆਪਣੇ ਆਪ ਨੂੰ ਕਿਹਾ, ਪੰਜਾਬ ਦੇ ਜਿਹੜੇ ਸਾਡੇ ਵੀਰ ਨੇ, ਸਾਡੀਆਂ ਭੈਣਾਂ ਨੇ, ਇੱਥੇ ਜਿਹੜੇ ਪੇਰੈਂਟਸ ਹੈ, ਜਿਹੜੇ ਬੱਚੇ ਵਸੇ ਹੋਏ ਆ, ਉਹ ਕੋਸ਼ਿਸ਼ ਕਰਾਂਗੇ ਕਿ ਤੁਹਾਨੂੰ ਹਰ ਤਰੀਕੇ ਨਾਲ ਤੁਹਾਡੀ ਹੈਲਪ ਕੀਤੀ ਜਾਏ। ਤੁਸੀਂ ਕੋਈ FIR ਹੈਗੀ ਆ, ਉਹਦੀ ਰਿਪੋਰਟ ਜਿਹੜੀ ਹੈ ਅਖਬਾਰ ਦੇ ਵਿੱਚ ਛਪੀ ਸੀ, ਉਹ ਵੀ ਸ਼ੇਅਰ ਕੀਤੀ ਸੀ ਪਹਿਲਾਂ, ਉਹਦਾ ਵੀ ਜ਼ਿਕਰ ਕੀਤਾ ਸੀਗਾ। ਤੇ ਜਦੋਂ ਹੁਣ ਤੁਹਾਡੇ ਰਾਹੀਂ ਜੁੜ ਕੇ ਜਾਂ ਤੁਸੀਂ ਸਾਡੇ ਰਾਹੀਂ ਜੁੜ ਕੇ ਆਪਣੀ ਇਨਫੋਰਮੇਸ਼ਨ ਦੇ ਰਹੇ ਹੋ ਤੇ ਸਾਰੇ ਇਸ ਟਾਈਮ ਉਹ ਇਨਫੋਰਮੇਸ਼ਨ ਹੋਰ ਲੈਣਾ ਚਾਹ ਰਹੇ ਆ, ਤਾਂ ਮੈਂ ਕਹਿੰਦੀ ਹਾਂ ਕਿਤੋਂ ਨਾ ਕਿਤੋਂ ਤਾਂ ਉਮੀਦ ਜਿਹੜੀ ਆ ਉਹ ਦਿਖ ਰਹੀ ਹੈ ਸਾਨੂੰ ਕਿ ਸਾਨੂੰ ਇੱਥੇ ਬੈਠੇ ਬੈਠੇ ਹੀ ਸਿਰਫ ਇੱਕ ਗੱਲ ਕਰਦੇ ਆਂ ਜੇ ਆਫਰ ਆ ਰਹੀ ਹੈ। ਤੇ ਹੋਰ ਵੀ ਹੈਗੀਆਂ ਸਾਡੀ ਇੱਕ ਹੋਰ ਸਿਸਟਰ ਹੈ ਇਸ਼ਿਕਾ, ਉਹਨਾਂ ਨੇ ਵੀ ਕਿਹਾ ਕਿ ਡੈਫੀਨੇਟਲੀ ਦੇ ਵਿਲ ਹੈਲਪ ਯੂ, ਡੋਂਟ ਵਰੀ ਐਂਡ ਸਟੇ ਸਟਰੋਂਗ। ਹਰ ਤਰ੍ਹਾਂ ਤੋਂ ਜਿਹੜੀ ਇੱਕ ਮਦਦ ਆ ਉਹ ਇਸ ਕਰਕੇ ਹੀ ਆ ਰਹੀ ਹੈ ਕਿਉਂਕਿ ਤੁਸੀਂ 9 ਸਾਲ ਤੋਂ ਟੁੱਟੇ ਨਹੀਂ ਹੋ, ਤੁਸੀਂ ਹੋਰ ਸਟਰੋਂਗ ਹੋਏ ਹੋ। ਹਰ ਸਵੇਰ ਉੱਠ ਕੇ ਤੁਸੀਂ ਆਪਣੀ ਬੱਚੀ ਵੱਲ ਦੇਖ ਕੇ, ਆਪਣੇ ਫਾਦਰ ਵੱਲ ਦੇਖ ਕੇ ਹੋਰ ਸਟਰੋਂਗ ਹੁੰਦੇ ਹੋ। ਤਾਂ ਪਲੀਜ਼ ਜਿਵੇਂ ਸਾਰੇ ਤੁਹਾਨੂੰ ਕਹਿ ਰਹੇ ਆ ਸਟੇ ਸਟਰੋਂਗ,
ਤਾਂ ਡੂ ਸਟੇ ਸਟਰੋਂਗ। ਡੈਫੀਨਿਟਲੀ ਤੁਹਾਡੀ ਆਵਾਜ਼ ਅੱਗੇ ਤੱਕ ਜਾਏਗੀ। ਤੇ ਜੇ ਕੁਝ ਹੋਰ ਇਨਫੋਰਮੇਸ਼ਨ ਤੁਸੀਂ ਆਪਣੀ ਮਰਜ਼ੀ ਨਾਲ ਸ਼ੇਅਰ ਕਰਨਾ ਚਾਹੁੰਦੇ ਹੋ, ਪਲੀਜ਼ ਗੋ ਅਹੈਡ। ਹਾਂਜੀ ਮੈਮ, ਮੈਂ ਨਾ ਆਪਣੇ ਲਾਈਫ ਦਾ ਇੱਕ ਹੋਰ ਪਾਰਟ ਇੱਥੇ ਸ਼ੇਅਰ ਕਰੂੰਗੀ ਸਭ ਦੇ ਨਾਲ। ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਸੀ ਕਿ ਮੈਂ ਵਰਕਿੰਗ ਹੋ ਗਈ ਸੀ। ਮੈਂ ਆਪਣੀ ਸੁਸਾਇਟੀ ਦੇ ਵਿੱਚ ਇੱਕ ਗੱਲ ਦੇਖਿਆ, ਜਦੋਂ ਤੁਸੀਂ ਸਿੰਗਲ ਹੁੰਦੇ ਆ ਨਾ, ਯੂ ਹੈਵ ਫੇਸਡ ਮੈਨੀ ਪ੍ਰੋਬਲਮ। ਮੈਂ ਵੀ ਫੇਸ ਕੀਤੀ। ਮੈਂ ਆਪਣੀ ਜੌਬ ਦੇ ਵਿੱਚ ਵੀ ਪ੍ਰੋਬਲਮ ਫੇਸ ਕੀਤੀ, ਕਿਉਂਕਿ ਜਿਹੜੇ ਮੇਰੇ ਹਸਬੈਂਡ ਸੀਗੇ ਉਹਨਾਂ ਨੇ ਮੈਨੂੰ ਈਵਨ ਦੈਨ ਮੇਰੇ ਵਰਕ ਪਲੇਸ ਤੇ ਵੀ ਪ੍ਰੋਟੈਕਟ ਨਹੀਂ ਰਹਿਣ ਦਿੱਤਾ। ਪਹਿਲਾਂ ਮੇਰੀ ਜੌਬ ਬਹੁਤ ਵਧੀਆ ਚੱਲੀ, ਇਹਨਾਂ ਨੇ ਮੈਨੂੰ ਉਸ ਪਲੇਸ ਦੇ ਉੱਤੇ ਮੇਰੇ ਨਾਲ ਮਤਲਬ ਉੱਥੇ ਵੀ ਮੈਨੂੰ ਹਰਾਸ਼ਮੈਂਟ ਕੀਤਾ ਗਿਆ। 9 ਸਾਲ ਤੋਂ ਮੈਂ ਇਹਨਾਂ ਦੇ ਨਾਲ ਤਾਂ ਹਰਾਸ਼ਮੈਂਟ ਹੋ ਹੀ ਰਹੀ ਸੀ। ਜਿਸ ਪਲੇਸ ਦੇ ਵਿੱਚ ਮੈਂ ਪਿਛਲੇ 5 ਇਅਰਸ ਤੋਂ ਜੌਬ ਕਰ ਰਹੀ ਸੀ ਨਾ, ਤਾਂ ਲਾਸਟ ਵਾਲੇ 2 ਇਅਰਸ ਮੇਰੇ ਲਈ ਇੰਨੇ ਕੱਟਣੇ ਔਖੇ ਹੋ ਗਏ ਸੀ ਨਾ ਕਿ ਮੈਨੂੰ ਉੱਥੇ ਇਦਾਂ ਦੇ ਮਤਲਬ ਟੌਂਟ ਮਾਰੇ ਜਾਂਦੇ ਸੀਗੇ ਕਿ ਮੈਂ ਆਪਣੀ ਨਾ ਪਰਸਨਲ ਤੇ ਪ੍ਰੋਫੈਸ਼ਨਲ ਲਾਈਫ 'ਚ ਬਹੁਤ ਡਿਫਰੈਂਸ ਰੱਖਦੀ ਹਾਂ। ਜਦੋਂ ਮੇਰੇ ਹਸਬੈਂਡ ਉਹਨਾਂ ਦੇ ਕੰਟੈਕਟ 'ਚ ਆਉਣੇ ਸ਼ੁਰੂ ਹੋ ਗਏ ਨਾ, ਤਾਂ ਉਹਨਾਂ ਨੇ ਮੈਨੂੰ ਮੇਰੇ ਵਰਕ ਪਲੇਸ ਦੇ ਵਿੱਚ ਵੀ ਹਰਾਸ਼ਮੈਂਟ ਕਰਨਾ ਸ਼ੁਰੂ ਕਰ ਦਿੱਤਾ। ਲਾਈਕ ਕਿ ਜਿਹਦੀ ਲੌਸ ਫੈਮਿਲੀ ਨਹੀਂ ਰੱਖਦੀ ਉਹਨੂੰ ਹੋਰ ਕੌਣ ਝੱਲੂਗਾ। ਤਾਂ ਮੈਨੂੰ ਇਸ ਚੀਜ਼ ਦਾ ਕੋਈ ਫਰਕ ਨਹੀਂ ਪੈਂਦਾ ਕਿ ਮੈਨੂੰ ਕੋਈ ਰੱਖਦਾ ਕਿ ਨਹੀਂ ਰੱਖਦਾ, ਕਿਉਂਕਿ ਮੈਨੂੰ ਇੰਨਾ ਪਤਾ ਆ ਕਿ ਮੇਰੀ ਮੈਰਿਜ ਬਾਰੇ ਵੀ ਮੈਨੂੰ ਗਲਤ ਬੋਲਿਆ ਜਾਂਦਾ ਸੀ, ਤੇ ਇਹਨਾਂ ਕਰਕੇ ਹੀ ਮੇਰੀ ਜਿਹੜੀ ਜੌਬ ਚਲੇ ਗਈ। ਇੱਕ ਵਾਰ ਫਿਰ ਮੈਂ ਜ਼ਿੰਦਗੀ 'ਚ ਟੁੱਟੀ ਮੇਰੀ ਜੌਬ ਦੇ ਕਰਕੇ। ਤੇ ਸੈਕਿੰਡ ਗੱਲ ਮੈਂ ਇਹ ਵੀ ਸ਼ੇਅਰ ਕਰਨਾ ਚਾਹੂੰਗੀ ਕਿ ਮੇਰੇ ਹਸਬੈਂਡ ਚਾਹੁੰਦੇ ਸੀਗੇ ਕਿ ਮੈਂ ਨਾ ਮੈਰਿਜ ਕਰਾਂ ਆਸਟ੍ਰੇਲੀਆ ਦੇ ਵਿੱਚ ਸੈੱਟ ਹੋਣ ਦੇ ਲਈ। ਤੇ ਇਹਨਾਂ ਨੇ ਮੈਨੂੰ ਆਸਟ੍ਰੇਲੀਆ ਜਾਣ ਤੋਂ ਪਹਿਲਾਂ ਕਾਲ ਕੀਤੀ ਤੇ ਮੈਨੂੰ ਕਹਿੰਦੇ ਨੇ, ਇੱਕ ਪਾਸੇ ਤਾਂ ਇਹ ਸੈਕਸ਼ਨ 19 ਦਾ ਕੇਸ ਮੇਰੇ ਨਾਲ ਆ ਕੇ ਬੈਠੇ ਹੋਏ ਨੇ, ਦੂਜੇ ਪਾਸੇ ਇਹ ਮੈਨੂੰ ਫੋਨ ਕਰਕੇ ਕਹਿੰਦੇ ਨੇ ਕਿ ਤਰਨਜੀਤ ਨੇ ਨਾ ਮੇਰੇ ਲਈ ਉਧਰ ਇੱਕ ਕੁੜੀ ਦੇਖੀ ਹੋਈ ਆ 20 ਲੱਖ, ਅਸੀਂ ਉਹਨੂੰ ਸੈੱਟ ਕੀਤਾ ਹੋਇਆ। ਪਵਨ, ਜੇ ਤੂੰ ਰੈਡੀ ਹੈ ਤਾਂ ਇਹ ਵੀ ਗੱਲ ਤੇਰੇ ਮੇਰੇ ਵਿੱਚ ਰਹੂਗੀ, ਤੂੰ ਆਪਣੇ ਪੇਰੈਂਟਸ ਨਾਲ ਵੀ ਨਹੀਂ ਕਰੇਂਗੀ, ਕਿਸੇ ਨਾਲ ਨਹੀਂ ਕਰੇਂਗੀ। ਮੇਰੇ ਸਿਸਟਰ ਉਧਰ ਮੈਨੂੰ ਕਿਸੇ ਤਰੀਕੇ ਨਾਲ ਸੈਟਲ ਕਰਨਗੇ ਨਾ, ਫਿਰ ਮੈਂ ਤੇਰੇ ਬਾਰੇ ਸੋਚੂੰਗਾ। ਮੈਂ ਕਿਹਾ ਵੀ ਇਹਦੇ ਵਿੱਚ ਮੇਰਾ ਕੀ ਰੋਲ ਹੋਊਗਾ? ਰੋਲ ਸਿਰਫ ਤੇਰਾ ਇੰਨਾ ਹੋਊਗਾ ਕਿ ਮੈਂ ਤੇਰੇ ਕੋਲ ਆਊਂਗਾ, ਤੂੰ ਆਪਣੇ ਘਰ ਨਹੀਂ ਮਿਲੇਂਗੀ, ਤੂੰ ਮੈਨੂੰ ਘਰ ਤੋਂ ਬਾਹਰ ਮਿਲੇਂਗੀ ਤਾਂ ਤੂੰ ਇੱਕ ਡਿਵੋਰਸ ਦੇ ਪੇਪਰ ਤੇ ਸਾਈਨ ਕਰ ਦੇ। ਮੈਂ ਮਤਲਬ ਮੈਨੂੰ ਪਤਾ ਸੀ ਮੇਰੇ ਨਾਲ ਤਾਂ ਗੇਮ ਆਲਰੇਡੀ ਖੇਡੀ ਜਾ ਰਹੀ ਆ, ਤਾਂ ਮੈਂ ਕਿਵੇਂ ਇਸ ਚੀਜ਼ ਲਈ ਰੈਡੀ ਹੋ ਜਾਂਦੀ। ਜਿਹੜਾ ਪਰਸਨ ਮੈਨੂੰ ਇੱਥੇ ਨਹੀਂ ਪੁੱਛ ਰਿਹਾ ਕਿ ਉਹ ਫੋਰਨ ਜਾ ਕੇ ਮੇਰੇ ਬੱਚੇ ਨੂੰ ਜਾਂ ਮੈਨੂੰ ਪੁੱਛ ਸਕਦਾ ਸੀਗਾ। ਇਹਨਾਂ ਨੇ ਮੇਰੇ ਨਾਲ ਮੈਨੂੰ ਹਰ ਤਰ੍ਹਾਂ ਹਰਾਸਮੈਂਟ ਕੀਤਾ। ਮੈਨੂੰ ਤਰਨਜੀਤ ਤੇ ਬਹੁਤ ਹੈਰਾਨੀ ਹੁੰਦੀ ਆ ਕਿ ਇੱਕ ਸਿਸਟਰ ਆ, ਉਹ ਮੈਂ ਵੀ ਕਿਸੇ ਦੀ ਸਿਸਟਰ ਆ, ਕਿ ਮੈਂ ਆਪਣੀ ਗੱਲ ਨੂੰ ਕਿਸੇ ਦੀ ਬੇਟੀ ਦਾ ਘਰ ਤਾਂ ਨਹੀਂ ਮੈਂ ਖਰਾਬ ਕਰਨ ਬਾਰੇ ਸੋਚ ਸਕਦੀ। ਚਲੋ, ਮੈਨੂੰ ਪਰਮਾਤਮਾ ਨੇ ਬਹੁਤ ਵਧੀਆ ਪਲੇਟਫਾਰਮ ਦਿੱਤਾ। ਬਾਕੀ ਮੈਂ ਇੱਕ ਗੱਲ ਹੋਰ ਕਹਿਣਾ ਚਾਹੁੰਦੀ ਹਾਂ, ਮੈਨੂੰ ਨਾ ਇਸ ਪਰਸਨ ਦੇ ਬਾਰੇ ਇਹ ਵੀ ਨਹੀਂ ਪਤਾ ਕਿ ਹੁਣ ਇਹ ਉੱਥੇ ਕਿਸੇ ਥਰੂ ਪਤਾ ਲੱਗਿਆ ਕਿ ਮੇ ਬੀ ਹੀ ਇਜ਼ ਲਿਵਿੰਗ ਵਿਦ ਅਨਦਰ ਗਰਲ ਇਨ ਆਸਟ੍ਰੇਲੀਆ। ਮੇ ਬੀ ਉਹ ਮੈਰਿਡ ਹੈ ਜਾਂ ਨਹੀਂ ਹੈ, ਇਹ ਚੀਜ਼ ਦਾ ਮੈਂ ਪੱਕਾ ਸ਼ੋਰਟੀ ਨਹੀਂ ਲਾਉਂਗੀ, ਪਰ ਮੇਰੇ ਤੱਕ ਇਹ ਵੀ ਗੱਲ ਪਹੁੰਚੀ ਸੀ ਕਿ ਉਹ ਉੱਥੇ ਕਿਸੇ ਕੁੜੀ ਨਾਲ ਉਹਦੀ ਸਿਸਟਰ ਦੁਆਰਾ ਹੋ ਰਿਹਾ ਆ ਪੈਚਅਪ। ਤੇ ਬਾਕੀ ਮੈਂ ਇਹ ਵੀ ਸ਼ੋਅ ਕਰਨਾ ਚਾਹੁੰਦੀ ਹਾਂ ਕਿ ਇਹ ਖੁਦ ਨੂੰ ਸਿੰਗਲ ਸ਼ੋਅ ਕਰ ਰਿਹਾ ਆ। ਇਹਨੇ ਆਪਣੇ ਪਾਸਪੋਰਟ ਤੇ ਵੀ ਮੇ ਬੀ ਸਿੰਗਲ ਹੀ ਹੋਵੇਗਾ ਇਹ ਪਰਸਨ। ਬਾਕੀ ਮੈਂ ਸਾਰੂ ਮੈਮ ਅਪੀਲ ਕਰਦੀ ਹਾਂ, ਮਤਲਬ ਰਿਕੁਐਸਟ ਕਰਦੀ ਹਾਂ ਪੂਰੀ ਆਸਟ੍ਰੇਲੀਆ ਦੇ ਵਿੱਚ ਜੋ ਵੀ ਮੇਰੇ ਬ੍ਰਦਰ ਸਿਸਟਰ ਨੇ ਕਿ ਉਹ ਮੇਰੀ ਹੈਲਪ ਕਰਨ। ਤੇ ਜੇ ਮੈਂ ਇੱਥੋਂ ਤੱਕ ਪਹੁੰਚੀ ਹਾਂ ਤਾਂ ਮੈਂ ਤੁਹਾਡੀ ਸਪੋਰਟ ਦੇ ਨਾਲ ਹੀ ਅੱਗੇ ਤੱਕ ਪਹੁੰਚਾਂ। ਪਵਨ, ਅਸੀਂ ਤੁਹਾਡੇ ਨਾਲ ਆ। ਤੁਹਾਡੀ ਆਵਾਜ਼ ਜਿਹੜੀ ਹੈਗੀ ਆ ਉਹ, ਜਿਵੇਂ ਮੈਂ ਪਹਿਲਾਂ ਵੀ ਕਿਹਾ, 9 ਸਾਲ ਤੋਂ ਬਹੁਤ ਬੁਲੰਦ ਰਹੀ ਹੈ। ਕੋਸ਼ਿਸ਼ ਇਹ ਕੀਤੀ ਜਾਏਗੀ ਕਿ ਜਿੰਨੀ ਤੁਹਾਡੀ ਮਦਦ ਹੋ ਸਕੇ ਉਹ ਕੀਤੀ ਜਾਏ। ਜੇ ਕਿਸੇ ਨੇ ਆਪਣੀ ਜ਼ਿੰਦਗੀ ਇੱਕ ਵੱਖਰੇ ਪਾਸੇ ਚਲਾਉਣ ਦਾ ਸੋਚ ਲਿਆ ਤਾਂ ਠੀਕ ਹੈ, ਸੋਚ ਲਿਆ, ਪਰ ਪਿੱਛੇ ਜਿਹੜੇ ਉਹ ਸਵਾਲ ਛੱਡ ਕੇ ਗਿਆ ਇੱਕ ਪੂਰਾ ਪਰਿਵਾਰ, ਐਟਲੀਸਟ ਉਹ ਸਵਾਲਾਂ ਦਾ ਜਵਾਬ ਤਾਂ ਦੇ।
ताकि किसी होर दी जिंदगी जिथे रुकी हुई है उधरों चल ता सके। ठीक है, तुसी ओवरसीज गए हो, उत्थे आके इंजॉय कर रहे हो अपने आप नूं, बेशक सिंगल जिवें तुसी कह रहे हो डिक्लेयर कर रहे हो, या तुसी अगे किसी नाल कॉन्ट्रैक्ट मैरिज कराउणा चाहुंदे हो, लिव इन रहना चाहुंदे हो, ये करो। बट ਉਹਦੇ ਵੀ ਕੁਝ ਨॉर्म्स ਹੁੰਦੇ ਆ, ਉਹਦੇ ਵੀ ਕੁਝ ਟਰਮਸ ਐਂਡ ਕੰਡੀਸ਼ਨਸ ਹੁੰਦੀਆਂ। ਆਪਣੀ ਬੈਕਗ੍ਰਾਉਂਡ ਜਿਹੜੀ ਆਪਣੀ ਹਿਸਟਰੀ ਹੈ ਜੋ ਤੁਹਾਡੀ ਜ਼ਿੰਦਗੀ ਦਾ ਪਾਰਟ ਰਹੀ ਹੈ, ਐਟਲੀਸਟ ਉਹ ਤਾਂ ਕਲੀਅਰ ਕਰੋ ਪਹਿਲਾਂ। ਇੱਕ ਇੱਕ ਕਿਸੇ ਦੀ ਬੇਟੀ ਹੈ ਜਿਹਨੂੰ ਤੁਸੀਂ 200 ਲੋਕਾਂ ਦੇ ਅੱਗੇ ਵਿਆਹ ਕੇ ਲੈ ਕੇ ਗਏ ਹੋ, ਇੱਕ ਕਿਸੇ ਦੀ ਬੇਟੀ ਹੈ ਤੁਸੀਂ ਉਹਨੂੰ ਅੱਗੇ ਇੱਕ ਬੇਟੀ ਦੇ ਕੇ ਸਵਾਲਾਂ ਨਾਲ ਛੱਡ ਆਏ ਹੋ। ਇੱਕ ਪਰਿਵਾਰ ਤੁਹਾਡੇ ਪਿੱਛੇ ਪੈ ਰਿਹਾ, ਤੁਹਾਨੂੰ ਲੀਗਲੀ ਕੁਐਸਚਨ ਕਰਨ ਦੀ ਕੋਸ਼ਿਸ਼ ਕਰ ਰਿਹਾ, ਤੁਹਾਡੇ ਨਿਊਜ਼ਪੇਪਰ ਦੇ ਵਿੱਚ ਤੁਹਾਡੇ ਬਾਰੇ ਗੱਲ ਕਰ ਰਿਹਾ ਤੇ ਤੁਹਾਡੇ ਤੋਂ ਸਵਾਲ ਕਰ ਰਿਹਾ, ਲੀਗਲੀ ਡਾਕੂਮੈਂਟਸ ਜਾ ਰਹੇ ਆ ਤੇ ਤੁਸੀਂ ਜਵਾਬ ਨਹੀਂ ਦੇ ਰਹੇ, ਆਪਣੇ ਬੱਚੇ ਦਾ ਵੇਅਰ ਅਬਾਊਟ ਸੀ ਨਹੀਂ ਦੱਸ ਰਹੇ ਹੋ। ਇਹ ਕੋਈ ਤਰੀਕਾ ਨਾ ਹੋਇਆ, ਇਹ ਕੋਈ ਤਰੀਕਾ ਨਾ ਹੋਇਆ ਕਿਸੇ ਨਾਲ ਵੀ, ਕਿਸੇ ਨੂੰ ਵੀ ਟ੍ਰੀਟ ਕਰਨ ਦਾ ਇਹ ਕੋਈ ਤਰੀਕਾ ਨਾ ਹੋਇਆ। ਤੇ ਉਹ ਇੱਕ ਲੇਡੀ ਜਿਹਨੂੰ ਤੁਸੀਂ ਆਪਣੇ ਘਰ ਦੀ ਇੱਜ਼ਤ ਬਣਾ ਕੇ ਲੈ ਕੇ ਗਏ ਹੋ, ਜਿਹਨੂੰ ਤੁਸੀਂ ਆਪਣਾ ਮਾਣ ਬਣਾ ਕੇ ਲੈ ਕੇ ਗਏ ਹੋ, ਉਸ ਮਾਣ ਨੂੰ ਤੁਸੀਂ ਆਪ ਹੀ ਰੋਲਦੇ ਹੋ, ਫਿਰ ਅੱਗੇ ਆਪਣੇ ਬੱਚੇ ਨੂੰ ਤੁਸੀਂ ਆਪ ਰੋਲਦੇ ਹੋ, ਔਰ ਇਦਾਂ ਸੋਚਦੇ ਹੋ ਵੀ ਤੁਸੀਂ ਕਿਸੇ ਨੂੰ ਕੋਈ ਐਕਸਪਲੇਨੇਸ਼ਨ ਦੇਣੀ ਹੋਈ ਨਹੀਂ ਹੈ। ਪਰ ਇਹਨਾਂ ਲੋਕਾਂ ਨੂੰ ਇਹ ਨਹੀਂ ਪਤਾ ਕਿ ਇਹਨਾਂ ਤੋਂ ਉਹੀ ਜਿਹੜੀ ਉਹਨਾਂ ਦੇ ਘਰ ਦੀ ਇੱਜ਼ਤ ਬਣੀ ਸੀ, ਉਹੀ ਇੱਜ਼ਤਦਾਰ ਔਰਤ ਇੱਜ਼ਤ ਨਾਲ ਖੜੇ ਹੋ ਕੇ ਇਹਨਾਂ ਨੂੰ ਨਾ ਹੀ ਸਿਰਫ ਸਵਾਲ ਪੁੱਛੇਗੀ ਬਲਕਿ ਉਸ ਲੈਵਲ ਤੱਕ ਜਵਾਬ ਵੀ ਮੰਗਣਾ ਚਾਹੇਗੀ ਜਿੱਥੇ ਉਹ ਪੂਰਾ ਆਸਟ੍ਰੇਲੀਆ ਇਕਜੁੱਟ ਕਰਕੇ ਆਪਣੇ ਨਾਲ ਕਰਕੇ ਆਪਣੀ ਆਵਾਜ਼ ਇੰਨੀ ਬੁਲੰਦ ਕਰੇਗੀ ਕਿ ਪੂਰਾ ਆਸਟ੍ਰੇਲੀਆ ਜਿਹਦੇ ਵਿੱਚ ਵਸਦੇ ਪੰਜਾਬੀ, ਜਿੰਨੇ ਵੀ ਪੰਜਾਬੀ ਆ ਖਾਸ ਤੌਰ ਤੇ ਬ੍ਰਿਸਬਨ ਵਾਲੇ, ਉਹਨਾਂ ਦੇ ਨਾਲ ਖੜੇ ਹੋ ਕੇ ਤੁਹਾਡੇ ਜਿਹੜੇ ਸਵਾਲ ਆ ਉਹਨਾਂ ਦੇ ਜਵਾਬ ਦਿਵਾਉਣ ਦੀ ਪੂਰੀ ਕੋਸ਼ਿਸ਼ ਕਰਨਗੇ। ਪਵਨ, again hats off to you, you are a very very brave woman। ਫਿਰ ਉਹੀ ਕਹਿੰਦੀ ਆ 9 ਦਿਨ ਚ ਅਸੀਂ ਟੁੱਟ ਜਾਂਦੇ ਆ, ਛੋਟੀ ਜਿਹੀ ਮੁਸੀਬਤ ਆਉਂਦੀ ਆ, 9 ਸਾਲ ਇੱਕ ਦਹਾਕਾ ਹੋਣ ਵਾਲਾ, ਤੁਸੀਂ ਬਹੁਤ ਸਟਰੋਂਗ ਖੜੇ ਹੋ, ਤੁਸੀਂ ਐਗਜ਼ਾਮਪਲ ਹੋ ਸਾਰੀ ਕੁੜੀਆਂ ਲਈ। ਔਰ ਮੈਂ ਕਹਿੰਦੀ ਆ ਕਿ ਇੱਕ ਤੁਹਾਡਾ ਕੱਲਾ ਕੇਸ ਨਹੀਂ ਹੈ, ਬਹੁਤ ਏਦਾਂ ਦੇ ਕੇਸਿਸ ਹੈ ਜਿੱਥੇ ਕੁੜੀਆਂ ਨੂੰ ਐ ਛੱਡ ਕੇ ਆ ਜਾਂਦੇ ਆ ਜਿਵੇਂ ਕੋਈ ਪਿੱਛੇ ਫਰਨੀਚਰ ਘਰ 'ਚ ਛੱਡ ਕੇ ਲੋਕ ਲਾ ਕੇ ਆ ਗਏ ਆ ਵੀ ਜਦੋਂ ਵਾਪਸ ਜਾਵਾਂਗੇ ਤਾਂ ਜਿੰਨਾ ਕਿ ਉਸ ਫਰਨੀਚਰ ਦਾ ਇਸਤੇਮਾਲ ਕਰਨਾ ਹੋਊਗਾ ਉਹਨਾਂ ਕੇ ਇਸਤੇਮਾਲ ਕਰਕੇ ਫਿਰ ਤੁਰਦੇ ਬਣਾਂਗੇ। ਔਰ ਇਹ ਜਿਹੜੇ ਫਰਨੀਚਰ ਸੋਚ ਕੇ ਇੱਕ ਔਰਤ ਨੂੰ ਘਰੇ ਛੱਡ ਕੇ ਆ ਰਿਹਾ ਨਾ, ਇਹਨਾਂ ਨੂੰ ਇਹ ਨਹੀਂ ਪਤਾ ਕਿ ਉਹੀ ਔਰਤਾਂ ਦੀ, ਉਹੀ ਬੱਚਿਆਂ ਦੀ, ਉਹੀ ਮਾਵਾਂ ਦੀ ਆਵਾਜ਼ ਜੇ ਹਿੰਮਤ ਨਾ ਟੁੱਟੇ ਤਾਂ ਇੰਨੀ ਕਿਤੇ ਬੁਲੰਦ ਹੋ ਸਕਦੀ ਹੈ ਵੀ ਦੁਨੀਆ ਦੇ ਕਿਸੇ ਕੋਨੇ ਵਿੱਚ ਵੀ ਉਹ ਹਲੂਣ ਕੇ ਰੱਖ ਸਕਦੀ ਹੈ ਜਦੋਂ ਤੱਕ ਉਹਨਾਂ ਦੇ ਸਵਾਲਾਂ ਦੇ ਜਵਾਬ ਪਲੱਸ ਜਸਟਿਸ ਨਾ ਮਿਲੇ। ਪਵਨ, ਅਗੇਨ ਯੂ ਆਰ ਵੈਰੀ ਵੈਰੀ ਬ੍ਰੇਵ। ਤੁਸੀਂ ਇੰਸਪੀਰੇਸ਼ਨ ਹੋ ਮੇਰੇ ਲਈ, ਤੁਸੀਂ ਇੰਸਪੀਰੇਸ਼ਨ ਹੋ ਸਾਰੀ ਲੇਡੀਜ਼ ਲਈ ਜਿਹੜੀਆਂ ਇੱਕ ਟਾਈਮ ਆ ਕੇ ਸੋਚਦੀਆਂ ਵੀ ਹੁਣ ਅਸੀਂ ਟੁੱਟ ਗਏ, ਹੁਣ ਸਾਡੀ ਕੋਈ ਸੁਣਵਾਈ ਨਹੀਂ। ਇੱਕ ਰਾਹ ਲੱਭਣਾ, ਇੰਡੀਆ ਦੇ ਵਿੱਚ ਹੋ ਕੇ ਇੱਕ ਰਾਹ ਲੱਭਣਾ, ਆਸਟ੍ਰੇਲੀਆ ਦੇ ਉਹ ਘਰਾਂ ਦੇ ਵਿੱਚ ਵੜ ਚ ਐਂਟਰ ਹੋ ਜਾਣਾ ਆਪਣੀ ਆਵਾਜ਼ਾਂ ਨੂੰ ਲੈ ਕੇ, ਆਪਣੀ ਉਸ ਸਵਾਲਾਂ ਨੂੰ ਲੈ ਕੇ, ਆਪਣੀ ਆਵਾਜ਼ ਨੂੰ ਲੈ ਕੇ, ਔਰ ਇੰਡੀਆ ਦੇ ਵਿੱਚ ਬੈਠੇ ਬੈਠੇ ਆਸਟ੍ਰੇਲੀਆ ਦੇ ਘਰਾਂ ਦੇ ਵਿੱਚ ਐਂਟਰ ਹੋ ਕੇ ਆਪਣੇ ਜਵਾਬ ਮੰਗਣੇ ਕੋਈ ਛੋਟੀ ਗੱਲ ਨਹੀਂ ਹੈ, ਬਹੁਤ ਵੱਡੀ ਅਚੀਵਮੈਂਟ ਹੈ ਤੁਹਾਡੀ। ਔਰ ਇਹ ਤਾਂ ਹੀ ਕਾਮਯਾਬ ਹੋਈ ਹੈ ਕਿਉਂਕਿ ਤੁਸੀਂ ਸਟਰੋਂਗ ਰਹੇ ਹੋ। ਇਹ ਤਾਂ ਹੀ ਕਾਮਯਾਬ ਹੋਈ ਹੈ ਕਿਉਂਕਿ ਤੁਹਾਡੇ ਫਾਦਰ ਜਿਹੜੇ ਨੇ ਉਹਨਾਂ ਨੂੰ ਪਤਾ ਹੈ ਕਿ ਉਹਨਾਂ ਦੀ ਬੱਚੀ ਸਟਰੋਂਗ ਹੈ। ਔਰ ਤੁਸੀਂ ਇਹ ਤਾਂ ਹੀ ਕਾਮਯਾਬ ਹੋਏ ਹੋ ਕਿਉਂਕਿ ਤੁਹਾਡੀ ਬੱਚੀ ਨੂੰ ਪਤਾ ਹੈ ਕਿ she is blessed with an amazing mother। ਹੁਣ ਅਪੀਲ ਹੈ ਸਾਰੇ ਬ੍ਰਿਸਬਨ ਵਾਸੀਆਂ ਨੂੰ, ਅਪੀਲ ਹੈ ਸਾਰੇ ਆਸਟ੍ਰੇਲੀਆ ਦੇ ਵਿੱਚ, ਪੂਰੇ ਆਸਟ੍ਰੇਲੀਆ ਦੇ ਵਿੱਚ ਵਸਦੇ ਪੰਜਾਬੀਆਂ ਨੂੰ ਕਿ ਪਵਨ ਜਿਹੜੇ ਆ ਉਹ ਸਾਡੇ ਸਿਸਟਰ ਹੈ ਔਰ ਉਹ ਸਟਰੋਂਗ ਸਿਸਟਰ ਹੈ ਜਿਨ੍ਹਾਂ ਨਾਲ ਸਾਨੂੰ ਨਾ ਵੀ ਚਾਹੁੰਦੇ ਹੋਏ ਖੜੇ ਹੋਣਾ ਚਾਹੀਦਾ ਹੈ। ਨਾ ਚਾਹਣ ਵਾਲੀ ਤਾਂ ਕੋਈ ਗੱਲ ਹੀ ਨਹੀਂ ਪਵਨ।
ਕਿ ਸਾਨੂੰ ਤੁਹਾਡੇ ਨਾਲ ਖੜੇ ਹੋਣਾ ਹੈ ਔਰ ਅਸੀਂ ਖੜੇ ਹੋਵਾਂਗੇ, ਅਸੀਂ ਘਰਾਂ ਤੋਂ ਨਿਕਲਾਂਗੇ, ਅਸੀਂ ਤੁਹਾਡੀ ਆਵਾਜ਼ ਬਣਾਂਗੇ ਔਰ ਅਸੀਂ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਹੈ ਜਿਹੜੇ ਉਹ ਤੁਹਾਡੇ ਤੱਕ ਪਹੁੰਚਾਵਾਂਗੇ। ਇੱਕ ਵਾਰੀ ਇੱਕ ਹੋਰ ਸਾਡੇ ਜਿਹੜੇ ਨਾਲ ਜੁੜੇ ਨੇ ਤੁਹਾਡੀ ਗੱਲ ਸੁਣ ਰਹੇ ਆ, ਉਹਨਾਂ ਨੇ ਤੁਹਾਨੂੰ ਕਿਹਾ don't worry sister Pavan, even my own sister been through this. He went India and married again to another girl and my sister has daughter too, just strong. ਮੈਂ ਕਹਿੰਦੀ ਆ ਕਿ ਕਿਹੜਾ ਜਿਗਰਾ ਲੈ ਕੇ ਅਸੀਂ ਏਦਾਂ ਦੇ ਗੁਨਾਹ ਕਰ ਜਾਂਦੇ ਆ, ਇਹ ਗੁਨਾਹਾਂ ਦੀ ਕੋਈ ਮਾਫੀ ਨਹੀਂ ਹੈ। ਇਹ ਕਿਹੜਾ ਜਿਗਰਾ ਲੈ ਕੇ ਅਸੀਂ ਇੱਕ ਟੱਬਰ ਇਕੱਠਾ ਹੋ ਕੇ ਸੋਚ ਲੈਂਦਾ ਹੈ ਕਿ ਕਿਸੇ ਇਨਸਾਨ ਦੀ ਜ਼ਿੰਦਗੀ ਏਦਾਂ ਖਰਾਬ ਕਰ ਸਕਦੇ ਆ। ਇਹ ਕਿਹੜਾ ਜਿਗਰਾ ਹੈ ਜਿਹਦੇ ਵਿੱਚ ਐਡੇ ਦਿਲ ਨੇ ਔਰ ਉਹ ਇੰਨੇ ਬੇਦਰਦ ਦਿਲ ਹੈ ਜਿਹੜੇ ਕਿ ਚੀਜ਼ ਤੱਕ ਨਹੀਂ ਮਹਿਸੂਸ ਕਰਦੇ, ਉਹਨਾਂ ਨੂੰ ਕਿਲਕਾਰੀਆਂ ਜਾਂ ਹੌਕੇ ਤੱਕ ਹੀ ਸੁਣਨੇ ਆ। ਪਰ ਇਹ ਉਹ ਜਿਹੜੇ ਜਿਗਰੇ ਨੇ ਬਿਨਾਂ ਦਿਲ ਵਾਲੇ, ਕਿ ਉਹੀ ਜਿਗਰਿਆਂ ਤੋਂ ਅਸੀਂ ਜਿਹੜੇ ਸਵਾਲ ਕਰਾਂਗੇ ਨਾ, ਤੇ ਅਸੀਂ ਕੋਸ਼ਿਸ਼ ਕਰਾਂਗੇ ਉਹਨਾਂ ਤੱਕ ਉਹ ਚੀਜ਼ ਪਹੁੰਚਾਉਣ ਦੀ। ਪਰ ਉਹ ਚੀਜ਼ ਜਿਹੜੀ ਜਦੋਂ ਉਹਨਾਂ ਤੱਕ ਪਹੁੰਚੂਗੀ ਨਾ, ਤੇ ਤੁਹਾਡੇ ਸਵਾਲਾਂ ਦੇ ਜਵਾਬ ਵੀ ਉਦੋਂ ਹੀ ਫਿਰ ਨਿਕਲਣਗੇ ਉਹਨਾਂ ਤੋਂ। ਪਵਨ, ਹੋਰ ਮੈਸੇजेस ਤੁਹਾਡੇ ਲਈ ਆ ਰਹੇ ਹਨ। ਮੈਂ ਯੂਜੂਅਲੀ ਮੈਸੇਜ ਸ਼ੇਅਰ ਨਹੀਂ ਕਰਦੀ ਹੁੰਦੀ, ਤੁਹਾਨੂੰ ਕਿਹਾ ਗਿਆ ਕਿ ਡੋਂਟ ਵਰੀ ਪਵਨ, ਯੂ ਆਰ ਵੈਰੀ ਸਟਰੋਂਗ, ਯੂ ਵਿਲ ਵਿਨ ਵਨ ਡੇ। ਇਹ ਤੁਹਾਡੀ ਜਿੱਤ ਦੀ ਸ਼ੁਰੂਆਤ ਹੈ। ਤੁਸੀਂ ਇੰਡੀਆ ਬੈਠ ਕੇ 7 ਸਮੁੰਦਰ ਪਾਰ ਤੱਕ ਆਪਣੀ ਆਵਾਜ਼ ਪਹੁੰਚਾ ਗਏ ਹੋ। ਇਹ ਤੁਹਾਡੀ ਜਿੱਤ ਦੀ ਸ਼ੁਰੂਆਤ ਹੈ। ਬਹੁਤ ਤੁਹਾਡੇ ਭੈਣ, ਤੁਹਾਡੇ ਭਰਾ ਤੁਹਾਡੇ ਨਾਲ ਜੁੜ ਗਏ ਨੇ। ਆਲਰੇਡੀ ਸ਼ੁਰੂਆਤ ਹੋ ਚੁੱਕੀ ਹੈ। परमात्मा जिहड़ा वो मेहर करूं, थोड़ी अपनी मेहनत, थोड़ी अपनी हिम्मत मेहर करूं और डेफिनेटली रिजल्ट्स जड़े जरूर आउणगे। इस प्लेटफॉर्म नूं तुसीं कदी भी चाहो यूज कर सकते हो। इस प्लेटफॉर्म नूं कोई भी कदी भी चाहे यूज कर सकते हैं। मैं एक सिर्फ जरिया हुन्नी आ थोड़ी आवाज पहुंचाण दा। कोई भी दर्द, कोई भी तकलीफ जदों तक असीं कहंदे आ, मैनूं मेरे एक बहुत खास मेंटर है, ਉਹ ਕਹਿੰਦੇ ਆ ਕਿ ਜਦੋਂ ਤਕਲੀਫ ਹੋਵੇ ਚਬਾਰੇ ਚੜ ਕੇ ਰੌਲਾ ਜ਼ਰੂਰ ਪਾਓ, ਕਿਉਂਕਿ ਤੁਹਾਡੀ ਤਕਲੀਫ ਜਦੋਂ ਕੋਈ ਸੁਣੂਗਾ ਉਹਦੇ ਕੋਲ ਦਵਾ ਜ਼ਰੂਰ ਹੋਏਗੀ। ਕਿਉਂਕਿ ਜਦੋਂ ਤੱਕ ਅਸੀਂ ਆਪਣੀ ਤਕਲੀਫ ਹੀ ਨਹੀਂ ਦੱਸਾਂਗੇ ਵੀ ਸਾਨੂੰ ਕਿੱਥੇ ਕਿੱਥੇ ਕੀ ਤਕਲੀਫ ਹੈ ਔਰ ਉਸ ਚੀਜ਼ ਦਾ ਅਸੀਂ ਰੌਲਾ ਨਹੀਂ ਪਾਵਾਂਗੇ, ਅਸੀਂ ਕਿਸੇ ਤੋਂ ਮਰਜ਼ ਕਿੱਦਾਂ ਐਕਸਪੈਕਟ ਕਰ ਸਕਦੇ ਹਾਂ, ਉਸ ਮਰਜ਼ ਦੀ ਦਵਾ ਕਿੱਦਾਂ ਐਕਸਪੈਕਟ ਕਰ ਸਕਦੇ ਹਾਂ। ਤਾਂ ਅੱਜ ਤੁਸੀਂ ਉਹ ਜਿਹੜੀ ਆਵਾਜ਼, ਇੱਕ ਰੌਲਾ ਪਾਣਾ ਇਨ ਅ ਵੇ ਤੁਸੀਂ ਉਹ ਬੁਲੰਦ ਕਰਕੇ ਸਾਡੇ ਤੱਕ ਪਹੁੰਚਾਈਏ, ਤਾਂ ਡੈਫੀਨੇਟਲੀ देयर विल बी एन आउटकम टू इट। डेफिनेटली we will all get together and we will support you. We are already supporting you because you are supporting yourself, because you are supporting your father, because you are supporting your daughter. और ਤੁਸੀਂ indirectly ਉਹ ਸਾਰੀ ਲੇਡੀਜ਼ ਨੂੰ, ਉਹ ਸਾਰੀ ਕੁੜੀਆਂ ਨੂੰ, ਉਹ ਸਾਰੀ ਬੱਚੀਆਂ ਨੂੰ ਸਪੋਰਟ ਕਰ ਰਹੇ ਹੋ ਜੋ ਕਿ ਆਪਣੀ ਆਵਾਜ਼ ਇੱਥੇ ਤੱਕ ਲੈ ਕੇ ਨਹੀਂ ਆ ਸਕੇ। ਤੁਸੀਂ ਉਹ ਮਿਸਾਲ ਬਣ ਰਹੇ ਹੋ ਅੱਜ। ਤੇ ਤੁਹਾਡੀ ਗੱਲਬਾਤ ਜਿਹੜੀ ਹੈ ਉਹ ਬ੍ਰਿਸਬਨ ਤੱਕ ਹੀ ਪੂਰੇ ਆਸਟ੍ਰੇਲੀਆ ਤੱਕ ਪਹੁੰਚਾਵਾਂਗੇ। ਤੇ ਥੈਂਕ ਯੂ ਸੋ ਮਚ ਫॉर ਟਰਸਟਿੰਗ ਅਸ ਐਂਡ ਥੈਂਕ ਯੂ ਸੋ ਮਚ ਫॉर ਬੀਇੰਗ ਸੋ ਸਟਰੋਂਗ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਔਰ ਇਸ ਤੋਂ ਪਹਿਲਾਂ ਕਿ ਮੈਂ ਬਾਏ ਕਵਾਂ, ਯੂਜੂਅਲੀ ਮੈਂ ਨਹੀਂ ਕਰਦੀ ਹਾਂ, ਸਤਿ ਸ਼੍ਰੀ ਅਕਾਲ ਕਰਕੇ ਮੈਂ ਇਜਾਜ਼ਤ ਜਾਂ ਵਿਦਾ ਲੈ ਲੈਣੀ ਹੁੰਦੀ ਹਾਂ। ਬਟ ਥੈਂਕ ਯੂ ਉਹ ਸਾਰਿਆਂ ਨੂੰ ਤਹਿ ਦਿਲੋਂ ਜਿਹੜੇ ਕਿ ਨਾਲ ਜੁੜਦੇ ਨੇ, ਔਰ ਖਾਸ ਤੌਰ ਤੇ ਮੈਸੇजेस ਜਿਹੜੇ ਤੁਸੀਂ ਸਪੋਰਟ ਦੇ ਭੇਜਦੇ ਹੋ। ਉਹ ਤੁਹਾਨੂੰ ਨਹੀਂ ਪਤਾ ਕਿ ਅੱਜ ਤੁਹਾਡਾ ਮੈਸੇਜ ਪੜਿਆ ਜਾਂ ਅੱਜ ਤੁਹਾਡਾ ਮੈਸੇਜ ਲਿਖਿਆ, ਉਸ ਵੇਲੇ ਕਈ ਵਾਰੀ ਦਿਮਾਗ ਦੇ ਵਿੱਚ ਕੰਮ ਆ ਜਾਂਦਾ ਹੈ ਜਦੋਂ ਬੰਦਾ ਇੱਕਦਮ ਟੁੱਟ ਕੇ ਬਹਿ ਜਾਂਦਾ ਹੈ। ਤੇ ਉਸ ਟਾਈਮ ਉਹ ਯਾਦ ਆਉਂਦੀ ਹੈ ਕਿ ਮੈਨੂੰ ਕਿਸੇ ਨੇ, ਜੋ ਕਿ ਮੈਨੂੰ ਜਾਣਦੇ ਵੀ ਨਹੀਂ ਹੈ, ਉਹਨਾਂ ਨੇ ਇੱਕ ਵਾਰੀ ਮੈਨੂੰ ਕਿਹਾ ਸੀ ਕਿ I'm very brave, I have to be brave for that person who doesn't even know me and believes in me. ਹਾਂ, ਜਿਨ੍ਹਾਂ ਨੇ ਵੀ ਮੈਸੇਜ ਲਿਖਿਆ ਤੁਹਾਡਾ ਬਹੁਤ ਬਹੁਤ ਧੰਨਵਾਦ। ਜਿਨ੍ਹਾਂ ਨੇ ਇਸ ਟਾਈਮ ਆਵਾਜ਼ ਸੁਣੀ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ। ਸ਼ੇਅਰਸ ਜਿਨ੍ਹਾਂ ਨੇ ਕੀਤੇ ਨੇ ਇਸ ਵੀਡੀਓ ਦੇ,
ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ, ਕਿਉਂਕਿ ਆਵਾਜ਼ ਦੂਰ ਤੱਕ ਲੈ ਕੇ ਜਾਣੀ ਸੋਸ਼ਲ ਮੀਡੀਆ ਰਾਹੀਂ ਇਸ ਟਾਈਮ ਬਹੁਤ ਜ਼ਰੂਰੀ ਹੈ। ਤੇ ਥੈਂਕ ਯੂ ਐਵਰੀਬਾਡੀ। ਔਰ ਪਵਨ, ਸਭ ਤੋਂ ਵੱਡਾ ਸ਼ੁਕਰੀਆ ਤੁਹਾਡਾ ਕਿ ਤੁਸੀਂ ਬਹੁਤ ਸਟਰੋਂਗ ਹੋ। ਮੈਨੂੰ ਤੁਹਾਡਾ ਚਿਹਰਾ equals to strength and you are an inspiration. Thank you so much, Pavan. Sat Shri Akal.